ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨੀ ਕੀ ਜਿਹੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ, ਅੱਜ ਜਨਵਰੀ ਦੀ 22 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਲਈਏ ਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਜੇ ਦੇਖਿਆ ਜਾਵੇ USA ਦੇ ਵਿੱਚ ਸਭ ਤੋਂ ਵੱਡਾ ਸਟੇਟ ਯੂਨੀਵਰਸਿਟੀ ਦਾ ਨੈਟਵਰਕ ਹੈਗਾ ਆ। ਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਤੋਂ ਅੱਜ ਖਬਰ ਆ ਰਹੀ ਆ ਵੀ ਸਾਰੇ ਹੀ ਕੈਂਪਸਸ ਦੇ ਵਿੱਚ 30,000 ਤੋਂ ਵੱਧ ਜਿਹੜੇ EMPLOYEES ਆ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ, ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਵੀ ਆ, ਜਿਨ੍ਹਾਂ ਦੇ ਵਿੱਚ ਲਾਇਬ੍ਰੇਰੀਅਨ, ਹੋਰ ਜਿੰਨਾ ਵੀ ਸਟਾਫ ਹੈਗਾ ਆ, ਉਹ ਸਟ੍ਰਾਈਕ ਦੇ ਉੱਤੇ ਜਾ ਰਹੇ ਹੈਗੇ ਆ। ਸੋ ਆਉਣ ਵਾਲੇ ਸੋਮਵਾਰ ਨੂੰ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਕੈਂਪਸਸ ਜੋ ਆ ਉਹ ਓਪਨ ਹੋਣੇ ਸੀ, ਬੱਚਿਆਂ ਦੀਆਂ ਕਲਾਸਾਂ ਸ਼ੁਰੂ ਹੋਣੀਆਂ ਸੀਆਂ। ਤੇ ਹੁਣ ਇਹਨਾਂ ਨੇ ਕਹਿਤਾ ਵੀ ਜੇ 31 ਜਨਵਰੀ ਤੋਂ ਸਾਡੀ ਜਿਹੜੀ ਤਨਖਾਹ ਆ 5% ਨਾ ਵਧਾਈ ਤੇ ਅਸੀਂ ਜਿਹੜੀ ਸਟ੍ਰਾਈਕ ਆ ਉਹ ਇੱਦਾਂ ਹੀ ਕੰਟੀਨਿਊ ਰੱਖਾਂਗੇ। 23 ਦੇ ਕਰੀਬ ਕੈਂਪਸਸ ਆ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਕੈਲੀਫੋਰਨੀਆ ਦੇ ਵਿੱਚ। 4.5 ਲੱਖ ਸਟੂਡੈਂਟਸ ਦੀਆਂ ਕਲਾਸਾਂ ਕੈਂਸਲ ਹੋਣਗੀਆਂ ਤੇ ਜੇ ਪਿਕਟ ਲਾਈਨ ਇੱਦਾਂ ਹੀ ਚਾਲੂ ਰਹੀ। ਜੀ ਬਿਲਕੁਲ। ਸੋ ਇਹ ਇੱਕ ਵੱਡੀ ਜਿਹੜੀ ਇਸ ਟਾਈਮ ਹਲਚਲ ਆ ਉਹ ਵਾਪਰੀ ਹੈ। ਪਹਿਲੀ ਵਾਰੀ ਨਹੀਂ, ਉੱਦਾਂ ਪਹਿਲਾਂ ਵੀ ਹੜਤਾਲਾਂ ਅਧਿਆਪਕਾਂ ਦੇ ਦੁਆਰਾ, ਕੋਚਿਸ ਦੇ ਦੁਆਰਾ, ਲਾਇਬ੍ਰੇਰੀਅਨਸ ਤੇ ਹੋਰ ਜਿਹੜੇ ਵਰਕਰਸ ਆ ਇੱਦਾਂ ਯੂਨੀਵਰਸਿਟੀ ਜਿਹੜੇ ਕਰਦੇ ਰਹੇ ਆ ਤਾਂ ਜੋ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਵਧਾਈਆਂ ਜਾਣ। ਯੂਨੀਅਨ ਨੇ ਤਾਂ 12% ਤਨਖਾਹ ਦੀ ਵੱਧ ਦੀ ਮੰਗ ਕੀਤੀ ਸੀਗੀ, ਪਰ ਇਹ ਕਹਿ ਰਹੇ ਆ ਵੀ 5% ਜਿਹੜਾ ਆ ਉਹ ਵਧਾ ਦਿੱਤੀ ਜਾਵੇ ਤਾਂ ਜੋ ਅਸੀਂ ਆਪਣੀ ਇਹ ਹੜਤਾਲ ਆ ਉਸ ਨੂੰ ਜਿਹੜਾ ਉਹ ਬੰਦ ਕਰੀਏ ਤੇ ਚਾਲੂ ਜਿਹੜਾ ਉਹ ਹੋਵੇ। ਜੇ ਕੋਈ ਪਿਕਟ ਲਾਈਨ ਨੂੰ ਨਹੀਂ ਕ੍ਰੋਸ ਕਰਦਾ ਤਾਂ ਫਿਰ ਕੁਛ ਵੀ ਜਿਹੜਾ ਉਹ ਨਹੀਂ ਚੱਲੂਗਾ। ਕੈਲੀਫੋਰਨੀਆ ਫੈਕਲਟੀ ਐਸੋਸੀਏਸ਼ਨ 29,000 ਵਰਕਰਸ ਨੂੰ ਰਿਪਰੈਜ਼ੈਂਟ ਕਰਦੀ ਆ। ਇਸ ਤੋਂ ਇਲਾਵਾ CSU ਦੇ ਪਲੰਬਰ, ਇਲੈਕਟ੍ਰੀਸ਼ੀਅਨ, ਅਦਰ ਸਕਿਲ ਟ੍ਰੇਡਰ ਜਿਹੜੇ ਆ ਉਹਦੇ ਵਿੱਚ 1100 ਜਿਹੜੇ ਲੋਕ ਆ ਉਹ ਜਿਹੜੇ ਹੈਗੇ ਨੇ ਰਿਪਰੈਜ਼ੈਂਟ ਕੀਤਾ ਜਾਂਦਾ ਉੱਥੇ ਟੀਮਸਟਰਸ ਲੋਕਲ 2010 ਦੇ ਦੁਆਰਾ। ਕਈ ਜਿਹੜੇ ਵਿਦਿਆਰਥੀ ਆ ਉਹਨਾਂ ਨੇ ਵੀ ਅੱਜ ਕਹਿੰਦੇ ਵੀ ਪਿਕਟ ਲਾਈਨਸ ਆ ਉਹਨਾਂ ਨੂੰ ਜੁਆਇਨ ਕੀਤਾ ਤੇ ਆਪਣੀ ਜਿਹੜੀ ਸਪੋਰਟ ਆ ਇਸ ਦੇ ਵਿੱਚ ਜ਼ਾਹਰ ਕੀਤੀ ਹੈਗੀ ਆ। CSU ਲੌਂਗ ਬੀਚ ਦੇ ਜਿਹੜੀ ਇੱਕ ਵਿਦਿਆਰਥੀ ਆ ਗੈਬਰੀਅਲ ਐਲਵਰੇਜ਼, ਉਹ ਕਹਿੰਦੇ ਵੀ ਮੈਂ ਡੈਮੋਸਟ੍ਰੇਸ਼ਨ ਦੇ ਵਿੱਚ ਇਸ ਲਈ ਜੁਆਇਨ ਕੀਤਾ ਆ, ਕਹਿੰਦੇ ਵੀ ਆਪਣੇ ਪ੍ਰੋਫੈਸਰਸ ਦੀ ਸਪੋਰਟ ਦੇ ਲਈ, ਤੇ ਜਿਹੜੀਆਂ ਟਿਊਸ਼ਨ ਹਾਈਕਸ ਆਉਂਦੇ ਜਿਹੜੇ ਸਮੈਸਟਰ ਦੇ ਵਿੱਚ ਵਧਣ ਜਾ ਰਹੀਆਂ ਆ ਉਸ ਦੇ ਉਲਟ ਵੀ ਜਿਹੜੀ ਆ ਮੈਂ ਆਵਾਜ਼ ਚੱਕ ਰਹੀ ਹੈਗੀ ਆ। ਕੈਲ ਸਟੇਟ ਦੇ ਜਿਹੜੇ ਚਾਂਸਲਰ ਨੇ ਮਿਲਡਰਡ ਗਾਰਸੀਆ, ਉਹਨਾਂ ਨੇ ਫਰਾਈਡੇ ਨੂੰ ਵੀਡੀਓ ਕਾਲ ਦੇ ਨਾਲ ਜਰਨਲਿਸਟ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀਗਾ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੀਆਂ ਸਟ੍ਰਾਈਕਸ ਆ ਉਸ ਨੂੰ ਅਵੋਇਡ ਕੀਤਾ ਜਾ ਸਕੇ, ਉਹ ਨਾ ਹੋਣ, ਹੜਤਾਲ ਨਾ ਹੋਵੇ। ਯੂਨੀਅਨ ਸੈਲਰੀ ਡਿਮਾਂਡਸ ਕਹਿੰਦੇ ਆ ਵੀ ਇਸ ਟਾਈਮ ਕੋਈ ਆਪਸ਼ਨ ਹੀ ਨਹੀਂ ਹੈਗੀ ਵੀ ਉਹ ਜਿਹੜੀਆਂ ਉਹ ਮੰਨੀਆਂ ਜਾ ਸਕਦੀਆਂ। ਕਹਿੰਦੇ ਵੀ ਅਸੀਂ ਆਪਣੀ ਫਾਈਨੈਂਸ਼ੀਅਲ ਰਿਐਲਿਟੀ ਦੇ ਹਿਸਾਬ ਦੇ ਨਾਲ, ਜੋ ਆਰਥਿਕਤਾ ਦੇ ਵਿੱਚ ਅਸਲੀਅਤ ਹੈਗੀ ਆ ਉਹਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ
ਕੰਮ ਕਰ ਰਹੇ ਹਨ। ਦਸੰਬਰ ਦੇ ਵਿੱਚ ਪਹਿਲਾਂ ਵੀ ਕੈਲੀਫੋਰਨੀਆ ਫੈਕਲਟੀ ਐਸੋਸੀਏਸ਼ਨ ਨੇ ਇੱਕ ਦਿਨ ਦਾ ਜਿਹੜੇ ਵਾਕਆਊਟ ਆ 4 ਕੈਂਪਸਿਸ ਦੇ ਉੱਤੇ ਕੀਤਾ ਸੀ, LA 'ਚ, ਪੋਮੋਨਾ, ਸੈਕਰਾਮੈਂਟੋ ਤੇ ਸੈਨ ਫਰਾਂਸਿਸਕੋ ਦੇ ਵਿੱਚ। ਉਦੋਂ ਵੀ ਵੱਧ ਤਨਖਾਹ ਦੀ ਜਿਹੜੀ ਮੰਗ ਆ ਉਹ ਕੀਤੀ ਜਾ ਰਹੀ ਸੀ। 766 ਮਿਲੀਅਨ ਦੇ CSU ਦੇ ਐਮਰਜੈਂਸੀ ਰਿਜ਼ਰਵ ਹੈਗੇ ਨੇ। ਯੂਨੀਅਨ ਜਿਹੜੀ ਉਹ ਕਹਿ ਰਹੀ ਆ, ਕਹਿੰਦੇ ਵੀ ਉਹਨਾਂ ਨੇ ਸਿਰਫ ਰਿਜ਼ਰਵ ਅਕਾਊਂਟਸ ਦੇ ਵਿੱਚ ਰੱਖੇ ਆ, ਯੂਨੀਅਨ ਕਹਿੰਦੀ ਆ, ਤੇ ਕਹਿੰਦੇ ਵੀ ਇਹ ਅਫੋਰਡ ਕਰ ਸਕਦੇ ਆ ਸੈਲਰੀ ਇਨਕਰੀਜ਼ਸ ਨੂੰ ਫੰਡਸ ਦੇ ਨਾਲ, ਪਰ ਇਹ ਜਾਣਬੁੱਝ ਕੇ ਸਾਡੀ ਜਿਹੜੀਆਂ ਮੰਗਾਂ ਨੂੰ ਮੰਨਣ ਤੋਂ ਇਨਕਾਰੀ ਹੋਏ ਪਏ ਆ। ਸੋ ਇਸੇ ਲਈ ਅਸੀਂ 1 ਹਫ਼ਤੇ ਦੀ ਹੁਣ ਹੜਤਾਲ ਦੇ ਉੱਤੇ ਜਾ ਰਹੇ ਹਾਂ। ਕੈਲੀਫੋਰਨੀਆ ਦੇ ਵਿੱਚ ਜੋ ਸਮਾਲ ਬਿਜ਼ਨਸ ਓਨਰਸ ਆ, ਉਹਨਾਂ ਦੇ ਲਈ ਬਿਜ਼ਨਸ ਕਰਨਾ ਇਸ ਟਾਈਮ ਬਹੁਤ ਔਖਾ ਹੋਇਆ ਹੈ। ਕ੍ਰਾਈਮ ਇੰਨਾ ਜ਼ਿਆਦਾ ਵੱਧ ਗਿਆ ਆ ਵੀ ਸਮਾਲ ਬਿਜ਼ਨਸ ਓਨਰਸ ਡਰ ਰਹੇ ਆ ਵੀ ਆਪਾਂ ਬਿਜ਼ਨਸ ਖੋਲੀਏ ਜਾਂ ਨਾ ਖੋਲੀਏ। ਸੈਨ ਫਰਾਂਸਿਸਕੋ ਦੇ ਵਿੱਚ ਇੱਕ ਨਵਾਂ ਰੈਸਟੋਰੈਂਟ ਓਪਨ ਹੋਣ ਜਾ ਰਿਹਾ ਸੀ, ਤੇ ਜਦੋਂ ਹੀ ਓਪਨ ਹੋਣਾ ਸੀ ਉਹ ਤੋਂ ਬਾਅਦ, ਉਹ ਤੋਂ ਪਹਿਲਾਂ ਹੀ ਜੋ ਰੈਸਟੋਰੈਂਟ ਦੇ ਬਾਹਰ ਇੱਕ ਪਲਾਂਟਰਸ ਉਹਨਾਂ ਨੇ ਲਾਏ ਹੋਏ ਸੀ, ਗਾਰਡਨ ਪਲਾਂਟਰਸ, ਅਲੋਰਾ ਨਾਮ ਦਾ ਰੈਸਟੋਰੈਂਟ ਸੀ। ਅਨੂ ਭੰਬਰੀ ਕਰਕੇ ਜੋ ਇਹਨਾਂ ਦੇ ਮਾਲਕ ਆ, ਸੋ ਉਹਨਾਂ ਨੇ ਇਹ ਕਿਹਾ ਵੀ $10,000 ਤੋਂ ਵੱਧ ਦਾ ਜਿਹੜਾ ਨੁਕਸਾਨ ਆ ਉਹ ਸਾਡਾ ਇਹਦੇ ਨਾਲ ਹੋ ਗਿਆ ਹੈਗਾ, ਕਿਉਂਕਿ ਕੋਈ ਰਾਤ ਨੂੰ ਜੋ ਆ ਉਹ ਤੋੜ ਗਿਆ। ਸੋ ਇਸ ਤੋਂ ਪਹਿਲਾਂ ਉਹਨਾਂ ਦੇ ਕਾਫੀ ਜ਼ਿਆਦਾ ਜਿਹੜੇ ਰੈਸਟੋਰੈਂਟ ਹੈਗੇ ਆ ਅਮਰੀਕਾ ਦੇ ਵਿੱਚ, ਉਹ ਕਹਿੰਦੇ ਵੀ ਅਸੀਂ ਪੀਅਰ 3 ਜੋ ਹੈਗਾ ਆ ਉੱਥੇ ਇਹ ਲੋਕੇਸ਼ਨ ਲੱਭੀ ਸੀ, ਭਈ ਇਹ ਘੱਟੋ ਘੱਟ ਇੱਥੇ ਜਿਹੜੀ ਆ ਕ੍ਰਾਈਮ ਘੱਟ ਹੈਗਾ। ਵਿਕਰਮ ਭੰਬਰੀ ਜੋ ਇਸ ਰੈਸਟੋਰੈਂਟ ਦੇ ਮਾਲਕ ਆ, ਉਹਨਾਂ ਨੇ ਕਿਹਾ ਅਸੀਂ ਹਜ਼ਾਰਾਂ ਹੀ ਡਾਲਰ ਲਾਇਆ ਹੈਗਾ ਇਸ ਰੈਸਟੋਰੈਂਟ ਨੂੰ ਰੀਮੋਡਲ ਕਰਨ ਦਾ ਤੇ ਖੋਲਣ ਦਾ, ਤੇ ਖੋਲਣ ਤੋਂ ਪਹਿਲਾਂ ਹੀ ਸਾਡਾ ਜਿਹੜਾ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਹੋਊਗਾ। ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ, ਜੇ ਸੈਨ ਫਰਾਂਸਿਸਕੋ ਤੋਂ ਅੱਗੇ ਆਪਾਂ ਓਕਲੈਂਡ ਦੀ ਗੱਲ ਕਰੀਏ, ਓਕਲੈਂਡ ਦੇ ਵਿੱਚ ਇੱਕੋ ਹੀ ਇੱਕ ਇਨ ਐਂਡ ਆਊਟ ਰੈਸਟੋਰੈਂਟ ਸੀ, ਉਹਨਾਂ ਨੇ ਵੀ ਕਹਿਤਾ ਵੀ ਅਸੀਂ ਸ਼ਟ ਡਾਊਨ ਹੋਣ ਜਾ ਰਹੇ ਹਾਂ। 8300 ਓਕਪੋਰਟ ਸਟਰੀਟ ਦੇ ਉੱਤੇ ਲਗਭਗ 2 ਦਹਾਕਿਆਂ ਤੋਂ ਇਹ ਜਿਹੜਾ ਇਨ ਐਂਡ ਆਊਟ ਚੱਲ ਰਿਹਾ ਸੀ। ਉਹ ਕਹਿੰਦੇ ਵੀ ਅਸੀਂ ਬਹੁਤ ਸਿਕਿਉਰਿਟੀ ਵੀ ਹਾਇਰ ਕਰ ਲਈ, ਬਹੁਤ ਕੁਝ ਕੀਤਾ ਤਾਂ ਕਿ ਜਿਹੜੇ ਸਾਡੇ ਕਸਟਮਰਸ ਆ ਉਹਨਾਂ ਦੀਆਂ ਕਾਰਾਂ ਨਾ ਟੁੱਟਣ, ਉਹਨਾਂ ਦੀ ਪ੍ਰਾਪਰਟੀ ਨਾ ਡੈਮੇਜ ਹੋਵੇ, ਚੋਰੀ ਨਾ ਹੋਵੇ, ਆਰਮਡ ਰੋਬਰੀਜ਼ ਨਾ ਹੋਣ, ਪਰ ਇਹ ਸਾਰਾ ਕੁਝ ਚੱਲਦਾ ਰਿਹਾ। ਸੋ ਹੁਣ ਇਸ ਨੂੰ ਦੇਖਦੇ ਹੋਏ ਉਹ ਕਹਿੰਦੇ ਸਾਨੂੰ ਕੋਈ ਫਾਇਦਾ ਨਹੀਂ, ਅਸੀਂ ਕਸਟਮਰ ਦੀ ਵਜ੍ਹਾ ਕਰਕੇ ਇਹ ਜੋ ਇਨ ਐਂਡ ਆਊਟ, ਇੱਕੋ ਹੀ ਇੱਕ ਇਨ ਐਂਡ ਆਊਟ ਸੀ, ਉਹ ਬੰਦ ਕਰਨ ਜਾ ਰਹੇ ਆ। ਮਾਰਚ 24 ਲਾਸਟ ਡੇਟ ਹੋਊਗੀ ਇਸ ਸਾਲ ਦੀ। ਜੀ, ਹੁਣ ਤੁਸੀਂ ਦੇਖ ਲਓ ਵੀ ਕੀ ਜਿਹੜੇ ਹਾਲਾਤ, ਐਪੀ ਸੈਂਟਰ ਬਣਿਆ ਪਿਆ ਆ ਇਹ ਇਲਾਕਾ, ਜਿੱਥੇ ਬਹੁਤ ਜ਼ਿਆਦਾ ਜਿਹੜੀਆਂ ਚੋਰੀਆਂ ਉਹ ਹੋ ਰਹੀਆਂ। ਇਹੀ ਇਨ ਐਂਡ ਆਊਟ ਪਹਿਲਾਂ ਵੀ ਖਬਰਾਂ 'ਚ ਰਿਹਾ, ਇੱਕੋ ਦਿਨ ਦੇ ਵਿੱਚ 2 ਰੋਬਰੀਜ਼ ਇੱਕ ਟਾਈਮ ਦੇ ਉੱਤੇ ਇੱਥੇ ਜਿਹੜੀਆਂ ਉਦੋਂ ਹੋਈਆਂ ਸੀ, ਕਈ ਮਹੀਨੇ ਪਹਿਲਾਂ ਦੀ ਇਹ ਗੱਲ ਆ। ਇਹ ਚੋਰੀ ਦੀ ਜੇ ਗੱਲ ਕਰਦੇ ਜਾਈਏ, ਚੋਰ ਤਾਂ ਬਖਸ਼ ਹੀ ਕੁਛ ਨਹੀਂ ਰਹੇ। ਇੱਕ ਸਰਕਾਰੀ ਪਬਲਿਕ ਗਾਰਡਨ ਸੀਗਾ, ਉੱਥੋਂ ਜਿਹੜੇ ਬੌਨਸਾਈ ਟਰੀ ਹੁੰਦੇ ਛੋਟੇ ਛੋਟੇ, ਤੇ ਜਿਹੜੇ ਓਲਡ ਟਰੀ ਹੋ ਜਾਂਦੇ, ਜ਼ਿਆਦਾ ਨਹੀਂ ਵੱਧਦੇ ਪਰ ਸਜਾਵਟ ਨੂੰ ਬਹੁਤ ਸੋਹਣੇ ਲੱਗਦੇ ਆ। ਕਹਿੰਦੇ ਰੇਅਰ ਤੇ ਵੈਲਿਊਏਬਲ ਟਰੀਜ਼ ਜਿਨ੍ਹਾਂ ਦੀ ਕੀਮਤ ਤਕਰੀਬਨ $20,000 ਬਣਦੀ ਆ, ਓਕਲੈਂਡ ਦੇ ਪਬਲਿਕ ਗਾਰਡਨ ਚੋਂ ਕੋਈ ਜਿਹੜੇ ਕਮਲੇ ਆ ਉਸ ਨੂੰ ਚੋਰੀ ਕਰਕੇ ਲੈ ਗਏ। ਲੇਕ ਮੈਰਿਟ ਜਿਹੜਾ ਓਕਲੈਂਡ ਦੇ ਨਜ਼ਦੀਕ ਆ, ਬੌਨਸਾਈ ਗਾਰਡਨ ਕਰਕੇ ਆ, ਉੱਥੇ ਤਕਰੀਬਨ ਇਹ ਤੜਕੇ ਸਵੇਰੇ 4:15 ਵਜੇ ਇਹ ਜਿਹੜਾ ਉਹ ਬਣਿਆ। 8 ਜਿਹੜੇ ਇਹ ਆਰਟਿਸਟਿਕ ਤੇ ਵੈਲਿਊਏਬਲ ਜੈਪਨੀਜ਼ ਸਟਾਈਲ ਜਿਹੜੇ ਟਰੀ ਆ, ਜਿਨ੍ਹਾਂ ਦੀ ਕੀਮਤ $20,000 ਤੋਂ ਉੱਤੇ ਆ, ਉਹਨਾਂ ਨੂੰ ਜਿਹੜਾ ਉਹ ਲੈ ਗਏ। ਕਹਿੰਦੇ ਵੀ ਕੀਮਤ ਨੂੰ ਛੱਡੋ, ਜਿਹੜੇ ਇਸ ਗਾਰਡਨ ਦੇ ਡਾਇਰੈਕਟਰ ਸੀਗੇ ਕਹਿੰਦੇ ਵੀ 20 ਸਾਲ ਲੱਗ ਜਾਂਦੇ ਆ ਇਸ ਹਾਲਤ ਦੇ ਵਿੱਚ ਇੱਥੇ ਤੱਕ ਜਿਹੜਾ ਉਹ ਲੈ ਕੇ ਆਉਣ ਦੇ ਲਈ। ਇਹ ਨਾਟ ਰਿਪਲੇਸੇਬਲ ਆ, ਇਹਨਾਂ ਨੂੰ ਬਦਲ ਕੇ ਜਿਹੜਾ ਉਹ ਨਹੀਂ ਜਿਹੜਾ ਦੇਖਿਆ ਜਾ ਸਕਦਾ। ਸਰਵੇਲੈਂਸ ਫੁਟੇਜ ਦੇ ਵਿੱਚ ਉਹ ਆਇਆ ਵੀ 2 ਮਾਸਕਡ ਬਰਗਲਰ ਸੀਗੇ, ਚੋਰੀ ਕਰਨ ਆਏ, ਉਹ ਵਾਰੀ ਸਿਰ ਕਰਕੇ ਜਿਹੜੇ ਆ ਉਹਨਾਂ ਨੂੰ ਚੋਰੀ ਕਰਕੇ ਲੈ ਗਏ। 2 ਫੈਂਸਿਸ ਲੱਗੀਆਂ ਹੋਈਆਂ ਸੀਗੀਆਂ, ਫਿਰ ਵੀ ਉਹਨਾਂ ਨੂੰ ਭੇਦ ਕੇ ਇਹ ਜਿਹੜੇ ਚੋਰ ਆ ਇਹ ਚੋਰੀ ਕਰਨ ਦੇ ਵਿੱਚ ਕਾਮਯਾਬ ਹੋਏ ਆ। ਇਹ ਗਾਰਡਨ ਵੋਲੰਟੀਅਰਸ ਦੇ ਨਾਲ ਸਟਾਫਡ ਰਹਿੰਦਾ ਆ, ਤੇ ਕਹਿੰਦੇ ਵੀ ਅਸੀਂ ਸੈਂਕੜੇ ਹੀ ਘੰਟੇ ਸਾਰੇ ਜਾਣੇ ਵੋਲੰਟੀਅਰਸ ਹਰ ਸਾਲ ਹਰ ਹਫ਼ਤੇ ਜਿਹੜੇ ਇੱਥੇ ਲਾਉਂਦੇ ਆ, ਤਾਂ ਜੋ ਇਹ ਗਾਰਡਨ ਲੋਕਾਂ ਦੇ ਲਈ ਹੋਵੇ। ਪਰ ਜਿਹੜੇ ਚੋਰ ਆ ਉਹਨਾਂ ਨੇ ਇਸ ਨੂੰ ਵੀ ਨਹੀਂ ਬਖਸ਼ਿਆ ਹੈਗਾ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ, ਨਵਾਡਾ, ਓਰੀਗਨ, ਵਾਸ਼ਿੰਗਟਨ ਇਹਨਾਂ ਸਟੇਟਸ ਦੇ ਵਿੱਚ ਜ਼ਿਆਦਾ ਅੱਗਾਂ ਲੱਗਣ ਕਰਕੇ ਇੰਸ਼ੋਰੈਂਸ ਕੰਪਨੀਆਂ ਕੈਲੀਫੋਰਨੀਆ ਤੋਂ ਭੱਜ ਰਹੀਆਂ ਹੈਗੀਆਂ, ਪਰ ਬਹੁਤ ਸਾਰੀਆਂ ਹੁਣ ਇਹ ਖਬਰਾਂ ਆ ਰਹੀਆਂ ਕਿ ਜਿਹੜੀਆਂ ਅੱਗਾਂ ਲੱਗਦੀਆਂ ਆ ਉਹਨਾਂ ਦੇ ਵਿੱਚ ਬੰਦਿਆਂ ਦਾ ਹੱਥ ਹੁੰਦਾ ਹੈਗਾ। ਕੈਲੀਫੋਰਨੀਆ ਦਾ ਇੱਕ ਜਿਹੜਾ ਹੈਗਾ ਆ ਉਹਦਾ ਨਾਮ ਉਹਨਾਂ ਨੇ ਦੱਸਿਆ ਹੈਗਾ
ਗਾਰਲਿਚ ਟਾਊਨ ਦੇ ਵਿੱਚ ਇਸ ਨੂੰ ਫੜਿਆ ਗਿਆ ਹੈਗਾ। ਕਹਿੰਦੇ ਭਈ 82 ਅੱਗਾਂ ਇਸ ਨੇ ਜਿਹੜੀਆਂ ਆ ਪਿਛਲੇ ਸਾਲ ਲਾਈਆਂ ਸੀਗੀਆਂ। ਵਾਓ! ਕੈਬਨ ਬਾਰਕਸ ਨਾਮ ਦਾ ਇਹ ਜਿਹੜਾ ਬੰਦਾ ਇੱਕ ਰਿਮੋਟ ਏਰੀਏ 'ਚ ਰਹਿੰਦਾ, ਵਾਸ਼ੋ ਕਾਉਂਟੀ, ਨਵਾਡਾ ਦੇ ਵਿੱਚ, ਤੇ ਆਪਣੀ ਵੈਨ ਦੇ ਵਿੱਚ ਹੀ ਰਹਿੰਦਾ ਸੀ। 82 ਦੇ ਕਰੀਬ ਸਮਾਲ ਫਾਇਰਸ ਇਸਨੇ ਗਰਲਚ ਏਰੀਆ ਜੋ ਆ ਉੱਥੇ ਲਾਈਆਂ, ਜੋ ਹਾਈਵੇ 447 ਦੇ ਰਸਤੇ ਦੇ ਉੱਤੇ ਹੈਗਾ ਆ। ਤੇ ਹੁਣ ਉਸ ਨੂੰ ਬਿਊਰੋ ਆਫ ਲੈਂਡ ਮੈਨੇਜਮੈਂਟ ਨੇ ਜਿਹੜਾ ਆ ਚਾਰਜ ਕਰਵਾਇਆ ਆ। ਉਹਨਾਂ ਨੇ ਖੁਦ ਦੱਸਿਆ ਵੀ ਆਹ 42 ਅੱਗਾਂ ਤਾਂ ਇਹਦਾ ਜਿਹੜਾ ਇੱਕ ਬੰਦੇ ਦਾ ਕਾਰਨ ਹੈਗਾ। ਹੁਣ ਇਦਾਂ ਦੇ 27 ਬੰਦੇ ਹੈਗੇ ਆ। ਕੁਝ ਕੁ ਸਾਲ ਪਹਿਲਾਂ ਇੱਕ ਕੈਲੀਫੋਰਨੀਆ ਦਾ এনवायरमेंटल ਸਾਇੰਸ ਦਾ ਪ੍ਰੋਫੈਸਰ ਬਣਿਆ ਸੀ ਯਾ ਜਿਸ ਸੈਂਟਾ ਨੇ ਅੱਗਾਂ ਕਰੂਜ਼ 'ਚ। ਲਾਈਆਂ ਸੀਗੀਆਂ। ਸੋ ਹੁਣ ਇਦਾਂ ਦੇ ਬੰਦਿਆਂ ਦਾ ਕੀ ਇਲਾਜ ਕਰੇ? ਇੱਕ ਤਾਂ ਸਟੋਰਾਂ ਦੇ ਵਿੱਚ ਗੋਲੀਆਂ ਮਾਰ ਰਹੇ ਆ, ਦੂਜਾ ਜਿਹੜੇ ਆ ਇਹ ਦੇਖੋ এনवायरमेंट ਦਾ ਕਿੰਨਾ ਨੁਕਸਾਨ ਕਰ ਰਹੇ ਹੈਗੇ ਆ। ਮਿਲੀਅਨਸ ਔਰ ਬਿਲੀਅਨਸ ਆਫ ਡਾਲਰ ਲੱਗਦੇ ਆ ਸਟੇਟ ਦੇ, ਆਪਣੇ ਟੈਕਸ ਪੇਅਰ ਮਨੀ ਜਿਹੜੇ ਉਹ ਲੱਗਦੇ, ਅੱਗ ਲੱਗ ਜਾਂਦੇ, ਲੋਕਾਂ ਦੇ ਘਰ ਖਤਮ ਹੋ ਜਾਂਦੇ, ਲੋਕ ਮਰ ਜਾਂਦੇ, ਕਿੰਨਾ ਕੁਛ ਜਿਹੜਾ ਉਸ ਦੇ ਵਿੱਚ ਇਹ ਹੋ ਰਿਹਾ ਆ। ਪਰ ਸ਼ਦਾਈਆਂ ਦੇ ਸਿਰ ਸਿੰਗ ਨਹੀਂ ਹੁੰਦੇ, ਉਹ ਗੱਲ ਜਿਹੜੀ ਉਹ ਬਣੀ ਪਈ ਆ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਕੈਲੀਫੋਰਨੀਆ ਸਟੇਟ ਨੂੰ ਨਵਾਂ ਸੈਨੇਟਰ ਜਿਹੜਾ ਉਹ ਮਿਲਣਾ ਆ। ਉਸ ਮਾਮਲੇ ਦੇ ਵਿੱਚ ਅੱਜ ਪਹਿਲਾ ਜਿਹੜਾ ਯੂਐਸ ਸੈਨੇਟ ਦੀ ਰੇਸ ਦਾ ਡਿਬੇਟ ਆਪਣੀਆਂ ਖਬਰਾਂ ਮੁੱਕਣ ਤੋਂ ਬਾਅਦ ਦੇ ਵਿੱਚ ਸ਼ੁਰੂ ਹੋਊਗਾ। 4 ਮੇਨ ਕੰਟੈਂਡਰ ਨੇ। ਇੱਕ ਫਾਰਮਰ ਜਿਹੜਾ ਬੇਸਬਾਲ ਡਾਜਰਸ ਦਾ ਪਲੇਅਰ ਸਟੀਵ ਗਾਰਵੀ, ਇਹ ਸਿਰਫ ਇੱਕ ਰਿਪਬਲਿਕਨ ਆ। ਬਾਕੀ 3 ਜਿਹੜੇ ਡੈਮੋਕ੍ਰੇਟ, ਬਾਰਬਰਾ ਲੀ, ਕੇਟੀ ਪੋਰਟਰ ਤੇ ਐਡਮ ਸ਼ਿਫ, ਇਹਨਾਂ ਦੇ ਦਰਮਿਆਨ ਕਹਿੰਦੇ ਵੀ ਅੱਜ ਜਿਹੜੀ ਕਹਿ ਲਓ ਵੀ ਡਿਬੇਟ ਹੋਣ ਜਾ ਰਹੀ ਹੈਗੀ ਆ। ਕੈਲੀਫੋਰਨੀਆ ਦੇ ਬਹੁਤ ਸਾਰੇ ਇੱਥੇ ਜਿਹੜੇ ਮੁੱਦੇ ਆ ਉਹਨਾਂ ਉੱਤੇ ਚਰਚਾ ਹੋਣ ਦੀ ਉਮੀਦ ਜਿਹੜੀ ਉਹ ਰੱਖੀ ਜਾ ਰਹੀ ਹੈਗੀ ਆ। ਫੌਕਸ ਨਿਊਜ਼ ਦੇ ਜਿਹੜਾ KTVU ਆ, ਲੋਕਲ ਚੈਨਲ ਇੱਥੇ ਦਾ ਵੇ ਏਰੀਏ ਦਾ, ਉਹਨਾਂ ਦੇ ਦੁਆਰਾ ਇਸ ਨੂੰ ਜਿਹੜਾ ਉਹ ਦਿਖਾਇਆ ਜਾਊਗਾ, ਕਰਵਾਇਆ ਜਿਹੜਾ ਉਹ ਜਾ ਰਿਹਾ ਹੈਗਾ ਆ। ਕੀ ਸਟੀਵ ਗਾਰਵੀ ਕੋਈ ਅਪਸੈਟ ਕਰ ਸਕਣਗੇ? ਇਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ। ਪਰ ਇਵੈਂਚੁਅਲੀ ਜਿਹੜੇ ਇਸ ਜਿਹੜੀ ਚੋਕਾਉਣੀ ਰੇਸ ਦੇ ਵਿੱਚ ਟੌਪ 2 ਜਿਹੜੇ ਕੰਟੈਂਡਰ ਆ, ਉਹ ਇਵੈਂਚੁਅਲੀ ਜਿਹੜੇ ਉਹ ਅੱਗੇ ਜਿਹੜੇ ਪਹੁੰਚ ਸਕਦੇ ਆ। ਸੋ ਲੈਟਸ ਸੀ ਕੀ ਬਣਦਾ ਆ। ਕੈਲੀਫੋਰਨੀਆ ਦੇ ਬਹੁਤ ਸਾਰੇ ਮੁੱਦੇ ਆ ਜਿਨ੍ਹਾਂ ਵਿੱਚ ਖਾਸ ਕਰਕੇ ਕ੍ਰਾਈਮ ਦਾ ਹੈਗਾ ਆ, ਇਨਫਰਾਸਟ੍ਰਕਚਰ ਦਾ, ਬਿਜਲੀ ਵਾਲੀਆਂ ਗੱਲਾਂ ਹੋਣਗੀਆਂ, ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੋਣਗੀਆਂ। ਦੇਖਦੇ ਆ ਵੀ ਸੈਨੇਟਰਸ ਕੀ ਇਸ ਦੇ ਵਿੱਚ ਆਪਣੀ ਚਰਚਾ ਕਰਦੇ ਆ। ਜੀ, ਸਟੀਵ ਗਾਰਵੇ ਜੋ ਆ ਪੋਲਿਟਿਕਸ ਦੇ ਵਿੱਚ ਟੋਟਲੀ ਨਵਾਂ ਹੈਗਾ, ਤੇ ਦੂਸਰੇ ਪਾਸੇ ਕਾਂਗਰਸਮੈਨ ਐਡਮ ਸ਼ੇਫ ਬਹੁਤ ਪੁਰਾਣੇ ਕਾਂਗਰਸਮੈਨ ਆ, ਤੇ ਰਿਪਰੈਜ਼ੈਂਟੇਟਿਵ ਕੈਟੀ ਪੋਰਟਰ, ਤੇ ਤੀਸਰੇ ਜਿਹੜੇ ਹੋਰ ਹੈਗੇ ਬਾਰਬਰਾ ਲੀ ਹੈਗੇ ਆ। ਜੀ, ਸੋ ਐਡਮ ਸ਼ੇਫ ਤੇ ਕੈਟੀ ਪੋਰਟਰ ਦੇ ਵਿੱਚ ਕਾਫੀ ਫਸਵਾ ਮੁਕਾਬਲਾ ਆ। ਪਰ ਸਟੀਵ ਗਾਰਵੇ ਦੇਖਦੇ ਆ ਕਿੰਨੀਆਂ ਕਿ ਜਿਹੜੀਆਂ ਵੋਟਾਂ ਆ ਖਿੱਚਦੇ ਆ। ਮੇਨ ਕੁਐਸਚਨ ਕਹਿੰਦੇ ਉਹਨਾਂ ਲਈ ਇਹ ਰਹੂਗਾ ਵੀ ਉਹ ਪ੍ਰੈਜ਼ੀਡੈਂਟ ਦੇ ਲਈ ਵੋਟ ਪਾਣਗੇ, ਪ੍ਰੈਜ਼ੀਡੈਂਟ ਟਰੰਪ ਨੂੰ, ਜਾਂ ਨਹੀਂ, ਕਿਉਂਕਿ ਇਹ ਇੱਕ ਵੱਡਾ ਇਸ਼ੂ ਉਹਨਾਂ ਦੇ ਲਈ ਲਊਗਾ ਕੈਲੀਫੋਰਨੀਆ ਦੇ ਵਿੱਚ। ਕਿਉਂਕਿ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਡੈਮੋਕ੍ਰੇਟ ਤੇ ਇੰਡੀਪੈਂਡੈਂਟ ਵੋਟਰਸ ਆ, ਉਹ ਮੌਜੂਦਾ ਜਿਹੜੀ ਸਰਕਾਰ ਆ ਕੈਲੀਫੋਰਨੀਆ ਦੀ ਉਹ ਤੋਂ ਅਪਸੈਟ ਹੈਗੇ ਆ। ਪਰ ਦੂਸਰੇ ਪਾਸੇ ਜੇ ਕੈਲੀਫੋਰਨੀਆ ਦੇ ਜੇ ਕੋਈ ਜਿਹੜਾ ਕੈਂਡੀਡੇਟ ਆ ਉਹ ਟਰੰਪ ਦੀ ਸਪੋਰਟ 'ਚ ਖੜਦਾ, ਤੇ ਉਸ ਤੋਂ ਵੀ ਉਸ ਨੂੰ ਵੋਟ ਪਾਉਣ ਤੋਂ ਉਹ ਝਿਜਕ ਰਿਹਾ ਹੈ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਸਟੈਨਲੀ ਕੱਪਸ ਹਰਜੋਤ ਸਿੰਘ ਜੀ, ਇੱਕ ਤਾਂ ਜਿਹੜੀ ਹਾਕੀ ਹੁੰਦੀ ਹੈ ਉਹਦੇ ਜਿੱਤਣ ਵਾਲੇ ਨੂੰ ਮਿਲਦਾ ਆ। ਇੱਕ ਸਟੈਨਲੀ ਕੱਪ ਉਹ ਨੇ ਜਿਹਦਾ ਅੱਜ ਕੱਲ੍ਹ ਬਹੁਤ ਆਨਲਾਈਨ ਕਰੇਜ਼ ਵੀ ਚੱਲਿਆ ਆ। ਪਾਣੀ ਪੀਣ ਵਾਲੇ ਹੀ ਇਹ ਕੱਪ ਆ, ਉਹ ਮਿਲ ਨਹੀਂ ਰਹੇ ਤੇ ਇੰਨੇ ਮਹਿੰਗੇ ਹੋਏ ਪਏ ਆ ਵੀ ਲੋਕ ਕਿਸੇ ਵੀ ਹੱਦ ਤੱਕ ਜਿਹੜੇ ਉਹ ਜਾ ਰਹੇ ਆ। ਟਾਰਗੇਟ ਦੀਆਂ ਵੀਡੀਓਜ਼ ਆ ਰਹੀਆਂ ਸੀਗੀਆਂ ਵੀ ਕਿੱਦਾਂ ਲੋਕ ਕਮਲਿਆਂ ਵਾਂਗੂ ਇਹ ਸਟੈਨਲੀ ਕੱਪ ਚੱਕਣ ਦੇ ਜਿਹੜੇ ਵਿੱਚ ਲੱਗੇ ਹੋਏ ਆ। ਹੁਣ ਰੋਜ਼ਵਿਲ ਤੋਂ ਇੱਕ ਬੀਬੀ ਨੂੰ ਹਰਜੋਤ ਸਿੰਘ ਜੀ ਗ੍ਰਿਫਤਾਰ ਕੀਤਾ ਗਿਆ ਆ। 65 ਇਸਨੇ ਸਟੈਨਲੀ ਕੱਪਸ ਆ ਉਹ ਚੋਰੀ ਕਰਕੇ ਜਿਹੜੀ ਉਹ ਲੈ ਕੇ ਜਾ ਰਹੀ ਸੀਗੀ। ਇਹ ਬੀਤੇ 17 ਜਨਵਰੀ ਦੀ ਜਿਹੜੀ ਘਟਨਾ ਆ ਉਹ ਦੱਸੀ ਜਾ ਰਹੀ ਹੈ। 30 ਸਾਲਾਂ ਦੀ ਇਹ ਜਿਹੜੀ ਕੁੜੀ ਕਹਿ ਲਓ ਵੀ ਰੋਜ਼ਵਿਲ ਦੇ ਵਿੱਚ 65 ਸਟੈਨਲੀ ਕੱਪਸ ਉਹ ਲਾਗੇ ਦੇ ਸਟੋਰ ਤੋਂ, ਜਿਨ੍ਹਾਂ ਦੀ ਕੁੱਲ ਕੀਮਤ $2500 ਤੋਂ ਵੱਧ ਜਿਹੜੀ ਉਹ ਬਣ ਜਾਂਦੀ ਆ, ਉਹਨਾਂ ਨੂੰ ਜਿਹੜੀ ਆ ਲੈ ਕੇ ਜਾ ਰਹੀ ਸੀ। ਸਟਾਫ ਨੇ ਦੇਖਿਆ ਵੀ ਇਹ ਬੀਬੀ ਸ਼ਾਪਿੰਗ ਕਾਰਟ ਪੂਰਾ ਹੀ ਸਟੈਨਲੀ ਕੱਪ ਦੇ ਵਾਟਰ ਬੋਟਲਸ ਦੇ ਨਾਲ ਭਰੀ ਲਈ ਜਾਂਦੀ ਆ, ਤੇ ਵਿਦਆਊਟ ਪੇ ਕਰਕੇ। ਇਹਨੇ ਵੀ ਦੇਖਿਆ ਹੋਣਾ ਵੀ ਬਾਕੀ ਥਾਵਾਂ ਤੇ ਇਦਾਂ ਹੁੰਦਾ ਆ ਤੇ ਆਪਾਂ ਵੀ ਕਰ ਲਈਏ। ਫਿਰ ਇਵੈਂਚੁਅਲੀ ਇਸ ਨੂੰ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਸਟੈਨਫੋਰਡ ਰੈਂਚ ਰੋਡ ਦੇ ਉੱਤੇ। ਸੋ ਕਈ ਵਾਰੀ ਆਨਲਾਈਨ ਟ੍ਰੈਂਡ ਦੇ ਪਿੱਛੇ ਭੱਜਦੇ ਪਾਣੀ ਦੀ ਪਿਆਸ ਤਾਂ ਹੁਣ ਪਤਾ ਨਹੀਂ ਬੀਬੀ ਦੀ ਮਿਟਣੀ ਆ ਕਿ ਨਹੀਂ ਮਿਟਣੀ। ਹੋ ਸਕਦਾ ਵੀ ਇਸ ਨੂੰ ਜੁਰਮਾਨਾ ਜਾਂ ਜੇਲ੍ਹ ਵੀ ਕੱਟਣੀ ਪੈ ਜਾਵੇ।
ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਕੈਲੀਫੋਰਨੀਆ ਦੇ ਵਿੱਚ ਵੈਦਰ ਅੱਜ ਕਾਫੀ ਬੈਡ ਹੈਗਾ। ਸਦਰਨ ਕੈਲੀਫੋਰਨੀਆ ਦੇ ਵਿੱਚ ਫਲੱਡਿੰਗ, ਲੈਂਡਸਲਾਈਡ ਤੇ ਰੈਸਕਿਊ ਆਪਰੇਸ਼ਨਸ, ਇਵੈਕੂਏਸ਼ਨ ਵਾਰਨਿੰਗਸ, ਇਹ ਸਾਰਾ ਕੁਝ ਹੋਇਆ ਹੈਗਾ। ਸੈਂਡੀਗੋ ਦਾ ਕੁਛ ਏਰੀਆ ਫਲੱਡਡ ਵੀ ਹੋਇਆ ਹੈਗਾ। ਸੈਂਡੀਗੋ ਇੰਟਰਨੈਸ਼ਨਲ 에ਅਰਪੋਰਟ ਤੇ 2.7 ਇੰਚ ਜੋ ਮੀਂਹ ਪਿਆ ਹੈਗਾ। ਇਹ ਕਹਿੰਦੇ ਵੀ 1851 ਚ ਇੰਨਾ ਰੈਕਡ ਬਣਿਆ ਸੀ। ਕਈ ਏਰੀਏ ਦੇ ਵਿੱਚ 2 ਤੋਂ ਲੈ ਕੇ 4 ਇੰਚ ਤੱਕ ਦਾ ਜਿਹੜਾ ਮੀਂਹ ਪਿਆ ਹੈਗਾ। ਸੈਂਡੀਗੋ ਚੋਂ ਇੱਕ ਹੂਗੋ ਨਾਮ ਦੀ ਬੀਬੀ ਕਹਿੰਦੀ ਆ ਵੀ ਮੈਂ ਜਿਸ ਘਰ ਦੇ ਵਿੱਚ ਪੂਰਾ ਟਾਈਮ ਪੂਰੀ ਲਾਈਫ ਰਹੀ ਆ, ਉਹ ਟੋਟਲੀ ਜਿਹੜਾ ਆ ਫਲੱਡ ਹੋ ਚੁੱਕਾ, ਤੇ ਮੇਰੇ ਆਲੇ ਦੁਆਲੇ ਜਿੰਨੇ ਵੀ ਨੇਬਰਸ ਆ ਉਹ ਬੋਟਸ ਲੈ ਕੇ ਘਰਾਂ ਦੇ ਵਿੱਚੋਂ ਨਿਕਲ ਰਹੇ ਹੈਗੇ ਆ। ਸੋ ਮਾਊਂਟਨ ਵਿਊ ਦਾ ਜੋ ਫਲੱਡਡ ਏਰੀਆ ਆ ਸੈਂਡੀਗੋ ਦਾ, ਉਹ ਉੱਥੇ ਜਿਹੜੀ ਸਿਚੁਏਸ਼ਨ ਬਹੁਤ ਬੈਡ ਹੈਗੀ ਆ। ਸਟੇਟ ਰਾਊਟ 70 ਇਹ ਵੀ ਪੂਰੀ ਤਰ੍ਹਾਂ ਸ਼ਟ ਡਾਊਨ ਹੋ ਗਿਆ, ਕਿਉਂਕਿ ਉੱਥੇ ਇੱਕ ਲੈਂਡਸਲਾਈਡ ਹੋ ਗਿਆ ਵਿਊਟ ਤੇ ਪਲਮਸ ਕਾਉਂਟੀਜ਼ ਦੇ ਵਿੱਚ ਵੀ ਇਹ ਜੋ ਵਾਪਰਿਆ ਹੈਗਾ। ਸੋ ਹਜੇ ਕੱਲ ਨੂੰ ਫੇਰ ਇੱਕ ਵਾਰੀ ਜਿਹੜਾ ਆ ਮੀਂਹ ਜ਼ੋਰ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਆ ਰਿਹਾ ਹੈ। ਜੀ, ਸਿਆਰਾ ਦਾ ਸਨੋਪੈਕ ਇਸ ਟਾਈਮ 1/3 ਦੱਸਿਆ ਜਾਂਦਾ ਹੈ ਐਵਰੇਜ ਦੇ ਨਾਲੋਂ। ਕਾਫੀ ਜਿਹੜਾ ਆ ਹੋਰ ਹੋਪਫੁਲੀ ਹੋਰ ਜ਼ਿਆਦਾ ਮੀਂਹ ਦੇ ਨਾਲੋਂ ਬਰਫ਼ ਜ਼ਿਆਦਾ ਪਵੇ ਤਾਂ ਕਹਿੰਦੇ ਵੀ ਉਹ ਜ਼ਿਆਦਾ ਬੈਟਰ ਹੁੰਦੀ ਹੈ, ਕਿਉਂਕਿ ਸਲੋਲੀ ਫਿਰ ਜਿਹੜੀ ਉਹ ਖੁਰਦੀ ਆ। ਮੋਡੈਸਟੋ ਦੇ ਵਿੱਚ ਹਾਈਵੇ 99 ਦੇ ਉੱਤੇ ਕਾਫੀ ਜਿਹੜੀਆਂ ਪ੍ਰੋਬਲਮਸ ਸਾਊਥ ਬਾਉਂਡ ਦੇ ਵਿੱਚ ਦੇਖੀਆਂ ਗਈਆਂ ਹੈਗੀਆਂ। ਕਹਿੰਦੇ ਵੀ ਉਹ ਕਈ ਥਾਵਾਂ ਦੇ ਉੱਤੇ ਫਲੱਡ ਹੋਇਆ, ਜੈਕ ਨਾਈਫ ਹੋਏ ਕਈ ਦੇ ਉੱਤੇ, ਬਿਗ ਰਿਗ ਕ੍ਰੈਸ਼ ਜਿਹੜਾ ਆ ਉਹ ਵੀ ਦੇਖਿਆ ਗਿਆ ਹੈਗਾ ਆ। ਫਲੱਡ ਐਡਵਾਈਜ਼ਰੀ ਸਟਾਕਟਨ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਵਿੱਚ ਉੱਥੇ ਵੀ ਜਿਹੜੀ ਇਸ਼ੂ ਕੀਤੀ ਗਈ ਆ। I-5 ਦੇ ਉੱਤੇ ਵੀ ਇੱਕ ਜਿਹੜਾ ਟਰੱਕ ਆ ਜੈਕ ਨਾਈਫ ਹੋਣ ਕਰਕੇ ਕਈ ਚਿਰ ਜਿਹੜੀ ਸਟਰੀਟ ਆ ਉਹ ਬੰਦ ਰਹੀਆਂ ਸੀਗੀਆਂ, ਫਰੀਵੇ ਜਿਹੜਾ ਉਹ ਬੰਦ ਰਿਹਾ ਸੀਗਾ। ਸੋ ਵੈਦਰ ਅਲਰਟ ਇਸ ਟਾਈਮ ਜ਼ੋਰਾਂ ਸ਼ੋਰਾਂ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਚੱਲ ਰਿਹਾ। ਨਰਦਰਨ ਕੈਲੀਫੋਰਨੀਆ ਵਿੱਚ ਸਭ ਤੋਂ ਵੱਧ ਫਲੱਡਿੰਗ ਦੀਆਂ ਜਿਹੜੀਆਂ ਅਲਰਟਸ ਆ ਉਹ ਘੱਲੇ ਗਏ ਆ। ਪਿਛਲੇ ਸਾਲ ਹਰਜੋਤ ਸਿੰਘ ਜੀ ਯਾਦ ਹੋਣਾ ਆ, ਕੈਲੀਫੋਰਨੀਆ ਦੀਆਂ ਨਹਿਰਾਂ ਦਰਿਆਵਾਂ ਦੇ ਜਿਹੜੇ ਸਾਈਡਾਂ ਸੀਗੀਆਂ ਉਹ ਪਾੜ ਗਈਆਂ ਸੀਗੀਆਂ, ਉਹ ਟੁੱਟ ਗਈਆਂ ਸੀਗੀਆਂ, ਬਹੁਤ ਸਾਰੇ ਥਾਵਾਂ ਦੇ ਉੱਤੇ ਫਲੱਡਿੰਗ ਆਈ ਸੀ। ਸੋ ਐਟਮੋਸਫੇਰਿਕ ਰਿਵਰਸ ਨੇ ਦਸਤਕ ਦੇਣੀ ਸ਼ੁਰੂ ਕੀਤੀ ਹੈ। ਤਕਰੀਬਨ ਪਿਛਲੇ ਸਾਲ ਦੇ ਸਮੇਂ ਦੇ ਮੁਤਾਬਕ ਹੀ ਉੱਦਾਂ ਹੀ ਜਿਹੜੀਆਂ ਇਸ ਟਾਈਮ ਕਾਫੀ ਮੀਂਹ ਪੈ ਰਿਹਾ ਆ। ਸੋ ਸਾਰੇ ਜਣੇ ਟਾਈਮ ਦੇ ਨਾਲ ਇੱਕ ਤਾਂ ਭਾਈ ਜਿੱਥੇ ਵੀ ਜਾਣਾ ਆ ਟਾਈਮ ਵੱਧ ਲੈ ਕੇ ਜਿਹੜਾ ਉਹ ਚੱਲੋ, ਕਿਉਂਕਿ ਸਾਰੇ ਜਣੇ ਮੀਂਹ ਦੇ ਵਿੱਚ ਇੱਦਾਂ ਲੱਗਦਾ ਹੁੰਦਾ ਵੀ ਸਾਰਿਆਂ ਨੂੰ ਡਰਾਈਵਿੰਗ ਭੁੱਲ ਗਈ ਹੁੰਦੀ ਆ। ਸੋ ਵੈਸੇ ਵੀ ਵੱਧ ਵਕਤ ਜਿਹੜਾ ਉਹ ਕਿਤੇ ਵੀ ਲੱਗ ਸਕਦਾ ਹੁੰਦਾ ਆ। ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ, ਪਰ ਕਹਿੰਦੇ ਵੀ ਜਿਹੜੀ ਇਕਨੋਮੀ ਆ ਉਹ ਡਿਸਾਈਡ ਕਰੂਗੀ 2024 ਦੀਆਂ ਜੋ ਇਲੈਕਸ਼ਨਸ ਹੋਣਗੀਆਂ ਨਵੰਬਰ ਦੇ ਵਿੱਚ ਹੋਣੀਆਂ। 40% ਵੋਟਰਸ ਇਹ ਕਹਿ ਰਿਹਾ ਵੀ ਸਾਡੀ ਜਿਹੜੀ ਟੌਪ ਦੀ ਪ੍ਰਾਇੋਰਟੀ ਆ 2024 ਦੇ ਵਿੱਚ ਵੋਟ ਪਾਉਣ ਦੀ ਉਹ ਇਕਨੋਮੀ ਹੈਗੀ ਆ। 10 ਵਿੱਚੋਂ 9 ਜਾਣੇ ਇਹ ਕਹਿ ਰਹੇ ਆ ਵੀ ਇਨਫਲੇਸ਼ਨ ਮੇਨ ਰੀਜ਼ਨ ਹੈਗਾ। ਹਾਲਾਂਕਿ ਬਹੁਤ ਸਾਰੇ ਨਿਊਜ਼ ਆਊਟਲੈਟਸ ਅੱਜ ਕਹਿ ਰਹੇ ਆ ਵੀ ਇਕਨੋਮੀ ਜਿਹੜੀ ਹੁਣ ਗੁੱਡ ਹੁੰਦੀ ਜਾ ਰਹੀ ਹੈਗੀ ਆ। 59% ਲੋਕ ਹਜੇ ਵੀ ਕਹਿ ਰਹੇ ਆ ਵੀ 59% 59% ਵੀ ਉਹ ਬਾਈਡਨ ਤੇ ਟਰੰਪ ਦਾ ਰੀਮੈਚ ਨਹੀਂ ਚਾਹੁੰਦੇ 2024 ਚ, ਵੀ ਦੋਨਾਂ ਹੀ ਕੈਂਡੀਡੇਟ ਤੋਂ ਬਿਨਾਂ ਕੋਈ ਹੋਰ ਚਾਹੁੰਦੇ ਹੈਗੇ ਆ। 90% ਵੋਟਰਸ ਇਹ ਜਿਹੜੇ ਸਰਵੇ ਹੋਏ ਆ ਨਵੇਂ, ਉਹਨਾਂ ਦੇ ਨਿਊਜ਼ ਨੇਸ਼ਨ ਨੇ ਕੀਤੇ ਆ, ਉਹਨਾਂ ਦੇ ਮੁਤਾਬਕ 57% ਕਹਿੰਦੇ ਆ ਵੀ ਅਸੀਂ ਕੰਸਰਨਡ ਹੈਗੇ ਆ ਇਨਫਲੇਸ਼ਨ ਦੇ ਲਈ। ਸੋ ਜਿਹੜੀ ਸਿਚੁਏਸ਼ਨ ਆ ਆਪਾਂ ਨੂੰ ਪਤਾ ਹੀ ਆ ਇਨਫਲੇਸ਼ਨ ਨੂੰ ਲੈ ਕੇ ਕਿੱਦਾਂ ਦੀ ਜਿਹੜੀ ਬਣੀ ਹੋਈ ਆ। ਸੋ ਇਮੀਗ੍ਰੇਸ਼ਨ ਸਭ ਤੋਂ ਮੇਨ ਮੁੱਦਾ ਕਹਿੰਦੇ ਪਈ ਇਕਨੋਮੀ ਦਾ ਹੈਗਾ, ਫੇਰ ਹੈਗਾ ਇਮੀਗ੍ਰੇਸ਼ਨ ਦਾ, ਤੇ ਫੇਰ ਹੈਗਾ ਅਬੋਰਸ਼ਨ ਦਾ। ਜੀ ਬਿਲਕੁਲ। ਤੇ ਸਟਾਕਸ ਦਾ ਜੇ ਦੱਸ ਜਾਈਏ, ਅੱਜ ਹਫਤੇ ਦੀ ਸ਼ੁਰੂਆਤ ਕਹਿ ਸਕਦੇ ਹਾਂ ਡਾਊ ਜੋਨ ਦੇ ਲਈ ਠੀਕ ਰਹੀ ਆ। 100 ਤੇ 38 ਪੁਆਇੰਟ ਵੱਧ ਕੇ 38,002 ਦੇ ਉੱਤੇ ਬੰਦ ਹੋਇਆ। S&P 11 ਪੁਆਇੰਟ ਵੱਧ ਕੇ 4850, ਨੈਸਡੈਕ 49 ਪੁਆਇੰਟ ਵੱਧ ਕੇ 15,360 ਦੇ ਉੱਤੇ। ਸੋਨੇ ਦਾ ਭਾਅ $2,022 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $75 ਪ੍ਰਤੀ ਬੈਰਲ, 10 ਈਅਰ ਯੀਲਡ 4.10% ਦੇ ਉੱਤੇ। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 40,000 ਤੋਂ ਥੱਲੇ ਆਇਆ ਆ, 39,813, ਤੇ ਇਥੀਰੀਅਮ $2331 ਦੇ ਬਰਾਬਰ ਚੱਲ ਰਿਹਾ ਹੈ। ਤੇ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 10 ਪੈਸੇ ਰਹੇ ਆ।
1 ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 16 ਪੈਸੇ, 1 ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਯੂਐਸ।